ਅਣਖੀਲੇ ਰੂਸੇ ਸਰਦਾਰ ਜੋਧ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੂਸੇ ਸਰਦਾਰਾਂ ਦਾ ਘਰਾਣਾ ਖਾਲਸਾ ਰਾਜ ਦੇ ਇਤਿਹਾਸ ਵਿੱਚ ਆਪਣੀਆਂ ਕੁਰਬਾਨੀਆਂ ਦੇ ਕਾਰਨ ਬਹੁਤ ਉੱਚੀ ਥਾਂ ਰੱਖਦਾ ਹੈ। ਇਨ੍ਹਾਂ ਆਪਾਵਾਰੂ ਸੂਰਮਿਆਂ ਨੇ ਖਾਲਸਾ ਰਾਜ ਦੀ ਉਸਾਰੀ ਤੇ ਇਸ ਦੀ ਰੱਖਿਆ ਲਈ ਬੇਗਿਣਤ ਜਾਨਾਂ ਵਾਰੀਆਂ ਸਨ। ਇਸ ਖਾਨਦਾਨ ਦਾ ਬਾਨੀ ਸਰਦਾਰ ਜੋਧ ਸਿੰਘ ਰੂਸਾ ਉਹ ਮਹਾਨ ਹਸਤੀ ਸੀ ਜਿਸ ਨੂੰ ਇਸ ਗੱਲ ਦੀ ਵਡਿਆਈ ਪ੍ਰਾਪਤ ਸੀ ਕਿ ਜਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਧਾਵਾ ਕਰਕੇ ਇਸ ਨੂੰ ਫਤਿਹ ਕੀਤਾ ਅਤੇ ਖਾਲਸਾ ਰਾਜ ਦੀ ਨੀਂਹ ਰੱਖੀ ਤਾਂ ਉਸ ਸਮੇਂ ਬਹਾਦਰ ਸਰਦਾਰ ਜੋਧ ਸਿੰਘ ਸ਼ੇਰੇ ਪੰਜਾਬ ਦੇ ਨਾਲ ਇਸ ਸੰਗਰਾਮ ਵਿੱਚ ਮੌਜੂਦ ਸੀ। ਮਹਾਰਾਜਾ ਰਣਜੀਤ ਸਿੰਘ ਸਦਾ ਲਈ ਆਪਣੇ ਉਹਨਾਂ ਪਹਿਲੇ ਸਾਥੀਆਂ ਦੀ ਬੜੀ ਇੱਜ਼ਤ ਕਰਦੇ ਹੁੰਦੇ ਸਨ ਜਿਨ੍ਹਾਂ ਵੀਰਾਂ ਖਾਲਸਾ ਰਾਜ ਦੀ ਨੀਂਹ ਰੱਖਣ ਵਿੱਚ ਉਸ ਦੀ ਸਹਾਇਤਾ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਆਪ ਨੂੰ ਉਹਨਾਂ ਚੰਦ ਗਿਣਤੀ ਦੇ ਬਹਾਦਰ ਸਰਦਾਰਾਂ ਵਿੱਚੋਂ ਗਿਣਦੇ ਹੁੰਦੇ ਸਨ ਜਿਹੜੇ ਕਠਨ ਤੋਂ ਕਠਨ ਰਣ ਭੂਮੀਆਂ ਵਿੱਚ ਵੀ ਅਡੋਲ ਰਹਿ ਕੇ ਸਫਲਤਾ ਪ੍ਰਾਪਤ ਕਰਦੇ ਹੁੰਦੇ ਸਨ। ਇਹੀ ਕਾਰਨ ਸੀ ਕਿ ਖਾਲਸਾ ਰਾਜ ਦੇ ਵਾਧੇ ਲਈ ਅੱਗੇ ਨੂੰ ਜਦ ਕੋਈ ਵੱਡੀ ਮੁਹਿੰਮ ਤਿਆਰ ਹੁੰਦੀ ਤਾਂ ਸਰਦਾਰ ਜੋਧ ਸਿੰਘ ਸਦਾ ਉਸ ਵਿੱਚ ਸਭ ਤੋਂ ਅੱਗੇ ਹੁੰਦਾ ਸੀ। ਆਪ ਦੇ ਜੀਵਨ ਦੇ ਕਾਰਨਾਮਿਆਂ ਵਿੱਚੋਂ ਪਿੰਡੀ ਭੱਟੀਆਂ, ਕਸੂਰ ਅਤੇ ਝੰਗ ਦੇ ਸੰਗਰਾਮ ਖਾਸ ਮਹਾਨਤਾ ਰੱਖਦੇ ਹਨ। ਪਿੰਡੀ ਭੱਟੀਆਂ ਦੀ ਫਤਿਹ ਸੰਨ 1802 ਦੇ ਅਖੀਰ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕਈ ਫਰਿਆਦਾਂ ਪਹੁੰਚੀਆਂ ਕਿ ਪਿੰਡੀ ਭੱਟੀਆਂ ਅਤੇ ਚਨੋਟ ਦੇ ਹੁਕਮਰਾਨ ਪਰਜਾ ਤੇ ਅੱਤ ਦੇ ਕਹਿਰ ਢਾ ਰਹੇ ਹਨ, ਜਿਸ ਨਾਲ ਸਾਰੇ ਇਲਾਕੇ ਵਿੱਚ ਹਾਹਾਕਾਰ ਮੱਚੀ ਹੋਈ ਹੈ। ਸ਼ੇਰੇ ਪੰਜਾਬ ਆਪਣੇ ਨਾਮੀ ਸਰਦਾਰਾਂ ਨੂੰ, ਜਿਨ੍ਹਾਂ ਵਿੱਚੋਂ ਸਰਦਾਰ ਫਤਿਹ ਸਿੰਘ ਕਾਲਿਆਂਵਾਲਾ ਅਤੇ ਸਰਦਾਰ ਜੋਧ ਸਿੰਘ ਰੂਸੇ ਦਾ ਨਾਮ ਖਾਸ ਲਿਖਣਯੋਗ ਹੈ, ਹੁਕਮ ਦਿੱਤਾ ਕਿ ਇੱਕ ਤਕੜੀ ਮੁਹਿੰਮ ਤਿਆਰ ਕੀਤੀ ਜਾਏ ਤਾਂ ਕਿ ਪਿੰਡੀ ਭੱਟੀਆਂ ਅਤੇ ਚਨੋਟ ਤੇ ਇਲਾਕੇ ਦੇ ਦੁਖੀਆਂ ਨੂੰ ਉਹਨਾਂ ਦੇ ਨਿਰਦਈ ਹਾਕਮਾਂ ਦੀ ਸਖਤੀ ਤੋਂ ਛੁਟਕਾਰਾ ਦਿਵਾਇਆ ਜਾਵੇ। ਮਹਾਰਾਜਾ ਰਣਜੀਤ ਸਿੰਘ ਦੇ ਇਸ ਹੁਕਮ ਅਨੁਸਾਰ ਥੋੜੇ ਦਿਨਾਂ ਵਿੱਚ ਹੀ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਅਤੇ ਇਸ ਦੀ ਰਿਪੋਰਟ ਸਰਕਾਰ ਨੂੰ ਦੇ ਦਿੱਤੀ ਗਈ, ਜਿਸ ਨੇ ਤੁਰੰਤ ਹੀ ਕੂਚ ਦੇ ਫਰਮਾਨ ਜਾਰੀ ਕਰ ਦਿੱਤੇ। ਇਸ ਮੁਹਿੰਮ ਦੀ ਅਗਵਾਈ ਆਪ ਖੁਦ ਸ਼ੇਰੇ ਪੰਜਾਬ ਨੇ ਆਪਣੇ ਹੱਥੀਂ ਰੱਖੀ। ਉਧਰ ਜਦ ਪਿੰਡੀ ਭੱਟੀਆਂ ਦੇ ਹੁਕਮਰਾਨ ਨੇ ਖਾਲਸਾ ਫੌਜ ਦਾ ਰੁਖ ਆਪਣੇ ਵੱਲ ਡਿੱਠਾ ਤਾਂ ਉਸਨੇ ਤੁਰੰਤ ਹੀ ਖਾਲਸੇ ਦੇ ਟਾਕਰੇ ਲਈ ਤਿਆਰੀ ਕਰ ਲਈ। ਜਦ ਖਾਲਸਾ ਫੌਜ ਨੇ ਪਹਿਲੇ ਦਿਨ ਭੱਟੀਆਂ ਦੀ ਬਾਹਰਲੀ ਗੜੀ ਤੇ ਧਾਵਾ ਕੀਤਾ ਤਾਂ ਅੱਗੋਂ ਗਨੀਮ ਜਾਨ ਤੋੜ ਕੇ ਲੜਿਆ, ਪਰ ਖਾਲਸਾ ਫੌਜ ਦੀ ਸ਼ਕਤੀ ਦਾ ਇਸ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਖਾਲਸੇ ਨਾਲ ਲੜਨਾ ਕੋਈ ਸੌਖੀ ਜਿਹੀ ਖੇਡ ਨਹੀਂ, ਜਿਸ ਕਰਕੇ ਉਹਨਾਂ ਨੂੰ ਹਥਿਆਰ ਸੁੱਟ ਕੇ ਖਾਲਸੇ ਦੀ ਇਤਾਅਤ ਮੰਨਣ ਤੋਂ ਛੁੱਟ ਹੋਰ ਕੋਈ ਚੰਗਾ ਰਾਹ ਨਾ ਲੱਭਾ। ਸੋ ਇਹਨਾਂ ਬਿਨਾਂ ਕਿਸੇ ਸ਼ਰਤ ਦੇ ਆਪਣਾ ਆਪ ਖਾਲਸੇ ਦੇ ਹਵਾਲੇ ਕਰ ਦਿੱਤਾ। ਇਸ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਗੁਜ਼ਾਰੇ ਲਈ ਜੋਗ ਜਾਗੀਰ ਦੇ ਕੇ ਬਾਕੀ ਦਾ ਇਲਾਕਾ ਖਾਲਸਾ ਰਾਜ ਨਾਲ ਮਿਲਾ ਲਿਆ। ਇਸ ਲੜਾਈ ਵਿੱਚ ਸਰਦਾਰ ਜੋਧ ਸਿੰਘ ਨੇ ਬੜੀ ਬਹਾਦਰੀ ਦੱਸੀ, ਜਿਸ ਦਾ ਮਹਾਰਾਜਾ ਰਣਜੀਤ ਸਿੰਘ ਦੇ ਮਨ ਤੇ ਬੜਾ ਅਸਰ ਪਿਆ। ਚਨੋਟ ਤੇ ਕਬਜ਼ਾ, ਪਿੰਡੀ ਭੱਟੀਆਂ ਦਾ ਯੋਗ ਪ੍ਰਬੰਧ ਕਰਨ ਦੇ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਸਣੇ ਆਪਣੀ ਫਤਿਹਯਾਬ ਫੌਜ ਦੇ ਚਨੋਟ ਵੱਲ ਵਾਗਾਂ ਮੋੜੀਆਂ। ਇੱਥੋਂ ਦਾ ਕਿਲ੍ਹਾ ਆਪਣੀ ਪਕਿਆਈ ਲਈ ਬੜਾ ਪ੍ਰਸਿੱਧ ਸੀ। ਕਿਲ੍ਹੇਦਾਰ ਨੇ ਜਦ ਖਾਲਸਾ ਫੌਜ ਨੂੰ ਇੱਧਰ ਵੱਧਦਾ ਸੁਣਿਆ ਤਾਂ ਆਪਣੇ ਕਿਲ੍ਹੇ ਨੂੰ ਹੋਰ ਪੱਕਾ ਕਰਕੇ ਟਾਕਰੇ ਲਈ ਡਟ ਗਿਆ। ਖਾਲਸਾ ਫੌਜ ਨੂੰ ਇੱਕ ਦਿਨ ਆਰਾਮ ਦੇਣ ਦੇ ਉਪਰੰਤ ਅਗਲੇ ਦਿਨ ਪੌ ਫਟਾਲੇ ਤੋਂ ਪਹਿਲਾਂ ਹੀ ਚੰਦ ਦੀ ਚਾਂਦਨੀ ਵਿੱਚ ਕਿਲ੍ਹੇ ਤੇ ਹੱਲਾ ਬੋਲ ਦਿੱਤਾ। ਹੁਣ ਬਾਹਰੋਂ ਹੱਲਾ ਕਰ ਰਹੀ ਫੌਜ ਅਤੇ ਅੰਦਰ ਹੱਲੇ ਨੂੰ ਰੋਕਣ ਵਾਲੀ ਸੈਨਾ ਬੜੀ ਵੀਰਤਾ ਨਾਲ ਮੂਹਲੇ ਧਾਰ ਮੀਂਹ ਵਾਂਗ ਗੋਲੀਆਂ ਵਸਾ ਰਹੀ ਸੀ। ਇਹ ਸਾਰਾ ਦਿਨ ਅਤੇ ਇਸ ਤੋਂ ਅਗਲਾ ਦਿਨ ਵੀ ਇਸੇ ਤਰ੍ਹਾਂ ਬੀਤ ਗਿਆ ਤੇ ਕਿਸੇ ਧਿਰ ਵੱਲੋਂ ਕਮੀ ਦੇ ਨਿਸ਼ਾਨ ਨਾ ਦਿਸੇ। ਤੀਜੇ ਦਿਨ ਸ਼ੇਰੇ ਪੰਜਾਬ ਨੇ ਸਰਦਾਰ ਜੋਧ ਸਿੰਘ ਨੂੰ ਹੁਕਮ ਦਿੱਤਾ ਕਿ ਅੱਜ ਵੱਡੀਆਂ ਤੋਪਾਂ ਕਿਲ੍ਹੇ ਦੇ ਦਰਵਾਜ਼ੇ ਦੇ ਸਾਹਮਣੇ ਬੀੜ ਕੇ ਇਸ ਨੂੰ ਉਡਾ ਦਿੱਤਾ ਜਾਵੇ
ਇਸ ਲੜਾਈ ਨੂੰ ਅੱਜ ਹੀ ਫਤਿਹ ਕਰਕੇ ਮੁਕਾ ਦਿੱਤਾ ਜਾਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇਸ ਹੁਕਮ ਨੂੰ ਪੂਰਾ ਕਰਨ ਲਈ ਬਹਾਦਰ ਸਰਦਾਰ ਜੋਧ ਸਿੰਘ ਸਣੇ ਕੁਝ ਸਾਥੀਆਂ ਦੇ ਆਪਣੀ ਜਾਨ ਤੋਂ ਹੱਥ ਧੋ ਕੇ ਵਰਦੀਆਂ ਗੋਲੀਆਂ ਦੀ ਵਾਛੜ ਵਿੱਚੋਂ ਅਡੋਲ ਲੰਘ ਕੇ ਕਿਲੇ ਦੇ ਦਰਵਾਜ਼ੇ ਤੱਕ ਜਾ ਪੁੱਜਾ। ਕਰੜਾ ਟਾਕਰਾ ਹੋ ਰਿਹਾ ਸੀ। ਬਾਹਰੋਂ ਤੋਪਾਂ ਦੇ ਭਾਰੇ ਗੋਲੇ ਜਦ ਅੱਗੋਂ ਉਸੇ ਤਰ੍ਹਾਂ ਕਈ ਵਾਰ ਦਰਵਾਜ਼ੇ ਤੇ ਲੱਗੇ ਤਾਂ ਦਰਵਾਜ਼ਾ ਹਿੱਲ ਗਿਆ। ਉੱਪਰੋਂ ਹੋਰ ਚੋਟਾਂ ਲਾਉਣ ਨਾਲ ਦਰਵਾਜ਼ਾ ਡਿੱਗ ਪਿਆ। ਇਸ ਸਮੇਂ ਸੂਰਮਿਆਂ ਦਾ ਜੋਸ਼ ਛਲਕ ਪਿਆ ਅਤੇ ਉਹ ਆਪਣੀਆਂ ਤਲਵਾਰਾਂ ਧੂ ਕੇ ਕਿਲੇ ਦੇ ਦਰਵਾਜ਼ੇ ਤੇ ਟੁੱਟ ਪਏ। ਇਹਨਾਂ ਹੱਲਾ ਕਰਨ ਵਾਲਿਆਂ ਵਿੱਚੋਂ ਸਰਦਾਰ ਜੋਧ ਸਿੰਘ ਰੂਸਾ ਕੌਮੀ ਜੋਸ਼ ਵਿੱਚ ਮੱਤਾ ਹੋਇਆ ਸਭ ਤੋਂ ਅੱਗੇ ਕਿਲੇ ਵਿੱਚ ਵਾਹੋਦਾਹੀ ਜਾ ਵੜਿਆ ਅਤੇ ਐਸੀ ਤੇਗ ਚਲਾਈ ਕਿ ਦੇਖਣ ਵਾਲੇ ਹੈਰਾਨ ਰਹਿ ਗਏ। ਅੱਗੋਂ ਕਿਲੇ ਵਾਲਿਆਂ ਵੀ ਦਿਲ ਖੋਲ੍ਹ ਕੇ ਵੀਰਤਾ ਦਾ ਸਬੂਤ ਦਿੱਤਾ। ਇਸ ਅਤ ਖਤਰਨਾਕ ਸਮੇਂ ਸਰਦਾਰ ਜੋਧ ਸਿੰਘ ਮਸਤ ਹਾਥੀ ਵਾਂਗ ਝੂਮਦਾ ਅੱਗੇ ਵੱਧਦਾ ਗਿਆ। ਹੁਣ ਹੱਥੋਂ ਹੱਥ ਲੜਦਿਆਂ ਸ਼ਤਰੂ ਵੱਲੋਂ ਇੱਕ ਜਵਾਨ ਨੇ ਆਪ ਤੇ ਆਪਣੇ ਸੇਲੇ ਦਾ ਐਸਾ ਵਾਰ ਕੀਤਾ ਜਿਸ ਨਾਲ ਰੂਸੇ ਸਰਦਾਰ ਨੂੰ ਬੜਾ ਕਾਰੀ ਫੱਟ ਲੱਗਾ, ਪਰ ਆਪ ਉਸ ਵਕਤ ਤੱਕ ਬਰਾਬਰ ਤਲਵਾਰ ਚਲਾਉਂਦੇ ਰਹੇ ਜਦ ਤੀਕ ਕਿਲੇ ਵਾਲਿਆਂ ਆਪਣੇ ਹਥਿਆਰ ਸੁੱਟ ਕੇ ਆਪਣੇ ਆਪ ਨੂੰ ਇਹਨਾਂ ਦੇ ਹਵਾਲੇ ਨਾ ਕਰ ਦਿੱਤਾ। ਇਸ ਦੇ ਉਪਰੰਤ ਸਾਰੇ ਕਿਲੇ ਤੇ ਵਿਜয়ੀ ਫੌਜ ਦਾ ਕਬਜ਼ਾ ਹੋ ਗਿਆ। ਇਸ ਕਿਲੇ ਵਿੱਚੋਂ ਕਈ ਹਜ਼ਾਰ ਰੁਪਇਆ, ਬਹੁਤ ਸਾਰੇ ਹਥਿਆਰ ਜਿਨ੍ਹਾਂ ਵਿੱਚ 2 ਤੋਪਾਂ ਠੀਕ ਹਾਲਤ ਵਿੱਚ ਸਨ, ਖਾਲਸੇ ਦੇ ਹੱਥ ਲੱਗੀਆਂ। ਇਹਨਾਂ ਤੋਂ ਛੁੱਟ ਗੋਲਾ ਬਰੂਦ ਅਤੇ ਬਹੁਤ ਸਾਰੇ ਅਨਾਜ ਦੇ ਜ਼ਖੀਰੇ ਤੇ ਕਬਜ਼ਾ ਕਰ ਲਿਆ ਗਿਆ। ਮਹਾਰਾਜਾ ਰਣਜੀਤ ਸਿੰਘ ਜਿਹੜੇ ਇਸ ਸਾਰੀ ਮੁਹਿੰਮ ਦੇ ਆਪ ਵੱਡੇ ਸਾਲਾਰ ਸਨ, ਸਰਦਾਰ ਜੋਧ ਸਿੰਘ ਦੀ ਵੀਰਤਾ ਤੇ ਯੋਗਤਾ ਤੋਂ ਇੰਨੇ ਪ੍ਰਸੰਨ ਹੋਏ ਜਿਸ ਦੀ ਕੋਈ ਹੱਦ ਨਹੀਂ ਸੀ। ਆਪ ਦੇ ਫੱਟ ਦੇ ਇਲਾਜ ਦਾ ਝਟਪਟ ਪ੍ਰਬੰਧ ਕਰ ਦਿੱਤਾ ਗਿਆ। ਫਿਰ ਕਦਰਦਾਨ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਬੜੀ ਜਾਗੀਰ ਸਣੇ ਬਹੁਮੁੱਲੇ ਖਿੱਲਤ ਦੇ ਆਪ ਨੂੰ ਬਖਸ਼ੀ। ਇਸ ਤਰ੍ਹਾਂ ਚਨੋਟ ਦਾ ਸਾਰਾ ਇਲਾਕਾ ਖਾਲਸਾ ਰਾਜ ਨਾਲ ਮਿਲਾ ਲਿਆ ਗਿਆ। ਪਹਿਲੇ ਮਾਲਕਾਂ ਨੂੰ ਗੁਜ਼ਾਰੇ ਲਈ ਯੋਗ ਜਾਗੀਰ ਦਿੱਤੀ ਗਈ। ਇਸ ਸਫਲ ਮੁਹਿੰਮ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਸਣੇ ਆਪਣੇ ਸੂਰਮਿਆਂ ਦੇ ਲਾਹੌਰ ਵੱਲ ਪਰਤ ਆਏ। ਇਹ ਗੱਲ ਦਸੰਬਰ ਸਨ 1802 ਦੀ ਹੈ। ਇਹਨਾਂ ਸੰਗਰਾਮਾਂ ਦੇ ਉਪਰੰਤ ਆਪ ਸਨ 1819 ਤੱਕ ਹੋਈਆਂ ਸਾਰੀਆਂ ਲੜਾਈਆਂ ਵਿੱਚ ਮੋਹਰੀ ਹੋ ਕੇ ਹਿੱਸਾ ਲੈਂਦੇ ਰਹੇ। ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚੋਂ ਸਨ 1813 ਵਿੱਚ ਅਟਕ ਅਤੇ ਸਨ 1818 ਵਿੱਚ ਮੁਲਤਾਨ ਦੀ ਫਤਿਹ ਨਾਲ ਖਾਲਸੇ ਨੇ ਅਫਗਾਨੀ ਹਕੂਮਤ ਦਾ ਅੰਤ ਕਰ ਦਿੱਤਾ ਸੀ। ਇਹਨਾਂ ਦਾ ਇੱਕੋ ਇੱਕ ਗੜ੍ਹ ਕਸ਼ਮੀਰ ਬਾਕੀ ਰਹਿ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਇਸ ਭੇਦ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਜਦ ਤੱਕ ਕਸ਼ਮੀਰ ਵਿੱਚ ਇਸਲਾਮੀ ਹਕੂਮਤ ਨੂੰ ਮੁਕਾਇਆ ਨਾ ਜਾਏ, ਪੰਜਾਬ ਨੂੰ ਖਤਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਕੀਤਾ ਜਾ ਸਕਦਾ। ਦੂਜਾ, ਇਹਨਾਂ ਦਿਨਾਂ ਵਿੱਚ ਹੀ ਪੰਡਤ ਬੀਰਬਲ ਅਤੇ ਕੁਝ ਹੋਰ ਦੁਖੀਏ ਜਿਹੜੇ ਕਸ਼ਮੀਰ ਦੇ ਹਾਕਮਾਂ ਦੇ ਜ਼ੁਲਮ ਤੋਂ ਬਰਬਾਦ ਹੋ ਚੁੱਕੇ ਸਨ, ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਇਹਨਾਂ ਐਸੇ ਕੀਰਨੇ ਪਾਏ ਜਿਸ ਨੂੰ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਨੇ ਹੁਣ ਬਿਨਾਂ ਕਿਸੇ ਦੇਰ ਦੇ ਕਸ਼ਮੀਰ ਤੇ ਚੜ੍ਹਾਈ ਦੀ ਤਿਆਰੀ ਦਾ ਹੁਕਮ ਦੇ ਦਿੱਤਾ। ਉਪਰੋਕਤ ਹੁਕਮ ਸਨ 1819 ਦੀ ਗਰਮੀ ਦੀ ਰੁੱਤ ਦੇ ਆਰੰਭ ਹੁੰਦਿਆਂ ਹੀ ਸਾਰੇ ਪ੍ਰਬੰਧ ਆਪਣੀ ਦ੍ਰਿਸ਼ਟੀ ਹੇਠ ਤਿਆਰ ਕਰਵਾ ਲਏ। ਹੁਣ 30,000 ਫੌਜ ਆਪਣੇ ਨਾਮੀ ਸਰਦਾਰਾਂ ਦੀ ਸੌਂਪਣੀ ਵਿੱਚ ਸੌਂਪ ਕੇ ਕਸ਼ਮੀਰ ਤੇ ਚੜ੍ਹਾਈ ਕਰ ਦਿੱਤੀ। ਖਾਲਸਾ ਰਾਜ ਲਈ ਆਪਾ ਵਾਰਨਾ। ਕਸ਼ਮੀਰ ਨੂੰ ਖਾਲਸੇ ਦੇ ਹੱਥੋਂ ਬਚਾਉਣ ਲਈ ਬਹਾਦਰ ਬਾਰਕਜ਼ਈਆਂ ਲੱਗਦੇ ਵਾਹ ਆਪਣੇ ਵੱਲੋਂ ਕੋਈ ਕਸਰ ਪਿੱਛੇ ਨਾ ਰਹਿਣ ਦਿੱਤੀ। ਉਹ ਸੂਰਮਿਆਂ ਵਾਂਗ ਇਸ ਦੀ ਰੱਖਿਆ ਲਈ ਡਟ ਕੇ ਲੜੇ, ਪਰ ਕੁਦਰਤ ਨੇ ਇਹਨਾਂ ਦੁਖੀ ਕਸ਼ਮੀਰੀਆਂ ਦੀਆਂ ਪੁਕਾਰਾਂ ਸੁਣ ਲਈਆਂ ਤੇ ਖਾਲਸੇ ਨੂੰ ਪੂਰੀ ਫਤਿਹ ਬਖਸ਼ੀ। ਪਰ ਪਾਠਕਾਂ ਨੂੰ ਮਾਲੂਮ ਰਹੇ ਕਿ ਇਹ ਫਤਿਹ ਕੋਈ ਸਸਤੇ ਭਾਅ ਨਹੀਂ ਸੀ ਪ੍ਰਾਪਤ ਹੋਈ। ਇਸ ਮਹਾਕਾਰਜ ਨੂੰ ਸਿਰੇ ਚੜ੍ਹਾਉਣ ਲਈ ਬੜੀਆਂ ਕੀਮਤੀ ਜਾਨਾਂ ਖਾਲਸਿਆਂ ਨੂੰ ਦੇਣੀਆਂ ਪਈਆਂ ਸੀ। ਇਹਨਾਂ ਵਿੱਚੋਂ ਖਾਲਸੇ ਦੀ ਮਾਣਯੋਗ ਹਸਤੀ ਸਰਦਾਰ ਜੋਧ ਸਿੰਘ ਰੂਸਾ ਨੇ ਆਪਣੇ ਖਾਲਸਾ ਰਾਜ ਦੇ ਵਾਧੇ ਅਤੇ ਪਕਿਆਈ ਲਈ ਇੱਥੇ ਹੀ ਆਪਣੀ ਕੀਮਤੀ ਜਾਨ ਵਾਰੀ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਜਦ ਆਪ ਦੀ ਇਸ ਕੁਰਬਾਨੀ ਦਾ ਪਤਾ ਲੱਗਾ
ਤਾਂ ਆਪ ਨੇ ਬੜਾ ਦੁੱਖ ਮਨਾਇਆ ਅਤੇ ਕਦਰਦਾਨੀ ਵਜੋਂ ਆਪ ਦੇ ਸੁਪੁੱਤਰਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਅਹੁਦੇ ਤੇ ਹੋਰ ਜਾਗੀਰਾਂ ਬਖਸ਼ੀਆਂ। ਸਭ ਤੋਂ ਵੱਡੀ ਕੁਰਬਾਨੀ ਸਰਦਾਰ ਜੋਧ ਸਿੰਘ ਨੂੰ ਕਰਤਾਰ ਨੇ 7 ਪੁੱਤਰ ਬਖਸ਼ੇ ਸਨ, ਜਿਨ੍ਹਾਂ ਦੇ ਨਾਮ ਇਹ ਹਨ: ਸਰਦਾਰ ਦਿਆਲ ਸਿੰਘ, ਸਰਦਾਰ ਦੀਵਾਨ ਸਿੰਘ, ਸਰਦਾਰ ਭਗਵਾਨ ਸਿੰਘ, ਸਰਦਾਰ ਮੇਘ ਸਿੰਘ, ਸਰਦਾਰ ਤੇਗ ਸਿੰਘ, ਸਰਦਾਰ ਖਜ਼ਾਨ ਸਿੰਘ, ਸਰਦਾਰ ਮਰਦਾਨ ਸਿੰਘ। ਇਹ ਸਾਰੇ ਖਾਲਸਾ ਰਾਜ ਦੀ ਜੰਗੀ ਸੇਵਾ ਕਰਦੇ ਰਹੇ। ਇਹਨਾਂ ਵਿੱਚੋਂ ਸਰਦਾਰ ਮੇਘ ਸਿੰਘ ਨੇ ਮਾਂਗਲੀ ਹਜ਼ਾਰੇ ਦੀ ਪ੍ਰਸਿੱਧ ਫਤਿਹ ਲਈ 1821 ਵਿੱਚ ਆਪਾ ਵਾਰ ਦਿੱਤਾ ਸੀ। ਇਸੇ ਤਰ੍ਹਾਂ ਦਸੰਬਰ ਸਨ 1845 ਨੂੰ ਫੇਰੂ ਸ਼ਹਿਰ ਦੀ ਲੜਾਈ ਸਮੇਂ ਰਣ ਤੱਤੇ ਵਿੱਚ ਸਰਦਾਰ ਦਿਆਲ ਸਿੰਘ, ਸਰਦਾਰ ਜੀਵਨ ਸਿੰਘ ਤੇ ਸਰਦਾਰ ਮਰਦਾਨ ਸਿੰਘ 3 ਭਾਈ ਇੱਕ ਥਾਂ ਖਾਲਸੇ ਦੀ ਸ਼ਾਨ ਬਚਾਉਂਦੇ ਹੋਏ ਕੁਰਬਾਨ ਹੋਏ ਸਨ। ਹਵਾਲਾ ਖਾਲਸਾ ਰਾਜ ਦੇ ਉਸ ਰਈਏ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।